अस्सलाम वालेकुम नाजरीन, मैं ਤੁਹਾਡਾ ਹੋਸਟ ਅਖਤਰ ਚੌਧਰੀ ਤੇ ਤੁਸੀਂ ਵੇਖ ਰਹੇ ਹੋ ਮੇਰਾ YouTube ਚੈਨਲ। ਨਾਜ਼ਰੀਨ, ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਕਿ ਅਸੀਂ ਮੌਜੂਦ ਸਾਂ ਬਾਬਾ ਜੀ ਚੌਧਰੀ ਜ਼ਿਆਉਦੀਨ ਸਾਹਿਬ ਦੇ ਕੋਲ, ਸਾਬਕਾ MP ਹੈ, ਤੇ ਅਸੀਂ ਅੱਜ ਤੀਸਰਾ ਹਿੱਸਾ ਜਿਹੜਾ ਸਾਡੀ ਵੀਡੀਓ ਦਾ ਉਹ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਹਾਂ। ਤੇ ਚਲੋ ਤੁਹਾਨੂੰ ਸੁਣਾਉਂਦੇ ਹਾਂ ਬਾਬਾ ਜੀ ਦੀਆਂ ਮਾਲੂਮਾਤ ਤੋਂ ਭਰੀਆਂ ਹੋਈਆਂ ਜ਼ਬਰਦਸਤ ਗੱਲਾਂ। ਤੇ ਬਾਬਾ ਜੀ ਜਿਨ੍ਹਾਂ ਲੋਕਾਂ ਨੇ ਇਹ ਪਾਕਿਸਤਾਨ ਬਣਾਇਆ ਸੀ, ਹਾਂਜੀ, ਉਹ ਬੜੇ ਪੜ੍ਹੇ ਲਿਖੇ ਤੇ ਬੜੇ ਰੋਸ਼ਨ ਖਿਆਲ ਤੇ ਇਸ ਮੁਲਕ ਨੂੰ ਇੱਕ ਫਲਾਈ ਰਿਆਸਤ ਬਣਾਉਣਾ ਚਾਹੁੰਦੇ ਸੀ। ਲੇਕਿਨ ਅੱਜ ਅਸੀਂ ਉਸ ਤੋਂ, ਤੁਹਾਨੂੰ ਕੀ ਲੱਗਦਾ ਸੀ ਅੱਗੇ ਨੂੰ ਉਸ ਤੋਂ ਗਏ ਆ ਕਿ ਉਸ ਤੋਂ ਪਿੱਛੇ ਆਏ ਆ? ਮੇਰੀ ਹੁਣ ਗੱਲ ਸੁਣ ਲਓ। ਪਾਕਿਸਤਾਨ ਜਦੋਂ ਬਣਿਆ ਨਾ ਜੀ, ਕਾਇਦ ਆਜ਼ਮ ਸਾਹਿਬ ਜਿਹੜੇ ਨਾ, ਅਸੀਂ ਇਹ ਗੱਲ ਤਸਲੀਮ ਕਰਨ ਨੂੰ ਤਿਆਰ ਨਹੀਂ ਹੈਗੇ ਵੀ ਉਹਨਾਂ ਨੂੰ ਟੀਬੀ ਸੀ। ਉਦੋਂ ਟੀਬੀ ਦਾ ਇਲਾਜ ਨਹੀਂ ਸੀ ਹੋਇਆ। ਜਿਸ ਬੰਦੇ ਨੂੰ ਟੀਬੀ ਆਖਰੀ ਸਟੇਜ 'ਤੇ ਚਲੀ ਜਾਏ ਨਾ, ਉਹ ਖੜਾ ਹੋ ਕੇ ਤਕਰੀਰ ਨਹੀਂ ਕਰ ਸਕਦਾ। ਉਹ ਖੜਾ ਹੋ ਕੇ ਪਾਣੀ ਪੀਤੇ ਬਗੈਰ ਖਲੋ ਕੇ ਗੱਲ ਨਹੀਂ ਕਰ ਸਕਦਾ। ਕਾਇਦ ਆਜ਼ਮ ਸਾਹਿਬ ਅੰਗਰੇਜ਼ੀ ਵਿੱਚ ਤਕਰੀਰ ਕਰਦੇ ਸੀ, ਘੰਟਾ 2-2 ਘੰਟੇ ਤਕਰੀਰ ਕਰਦੇ ਸੀ ਤੇ ਮਜਮਾ ਫੁੱਲੋ ਹਮ ਬੈਠਾ ਹੁੰਦਾ ਸੀ। ਮਜਮਾ ਸਾਰਾ ਅਨਪੜ੍ਹ ਲੋਕਾਂ ਦਾ ਹੁੰਦਾ ਸੀ, ਲੇਕਿਨ ਉਹ ਇਹ ਸਮਝਦੇ ਸਨ ਵੀ ਕਾਇਦ ਆਜ਼ਮ ਸਾਹਿਬ ਜਿਹੜੇ ਨੇ ਸਾਡੇ ਮੁਫਾਦ ਦੀ ਗੱਲ ਕਰ ਰਹੇ ਨੇ। ਕੋਈ ਬੰਦਾ ਮੂੰਹ ਤੋਂ ਚਰਾ ਨਹੀਂ ਸੀ ਕਰਦਾ ਤੇ ਉਹ ਨਾ ਉਸ ਘੰਟਾ 1.5 ਘੰਟੇ ਦੇ ਵਿੱਚ ਨਾ ਕੁਰਸੀ 'ਤੇ ਬੈਠਦੇ ਸੀ ਤੇ ਨਾ ਉਹ ਆਪਣਾ ਪਾਣੀ ਪੀਂਦੇ ਸੀ। ਤੇ ਉਹਨਾਂ ਨੂੰ ਤਾਂ ਬਕਾਇਦਾ ਜ਼ਹਿਰ ਦਿੱਤਾ ਗਿਆ। ਇਹ ਕਿਹਨੇ ਦਿੱਤਾ ਹੈ, ਇਹ ਅੱਲਾ ਜਾਣਦਾ ਵੀ ਕਿਹਨੇ ਦਿੱਤਾ ਹੈ। ਜਿਹੜਾ ਜਾਗੀਰਦਾਰ ਸੀ ਨਾ ਜੀ, ਵੱਡਾ ਜਾਗੀਰਦਾਰ, ਇਸ ਪੰਜਾਬ ਦਾ ਵੀ ਤੇ ਪਰਲੇ ਪੰਜਾਬ ਦਾ ਵੀ, 2-3 ਘਰ ਜਿਹੜੇ ਸਨ ਨਾ, ਉਹ ਜਿਹੜੇ ਨੇ ਉਹ 2-4 ਘਰ ਹੀ ਜਿਹੜੇ ਸਨ ਉਹ ਪਾਕਿਸਤਾਨ ਮੁਸਲਿਮ ਲੀਗ ਦੇ ਵਿੱਚ ਸਨ। ਬਾਕੀ ਤਾਂ ਸਾਰੇ ਜਿਹੜਾ ਯੂਨਾਨਿਸਟ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਸਨ। ਖਿਜ਼ਰ ਜੱਟਵਾਣਾ ਜਿਹੜਾ ਹੈ ਨਾ, ਉਹ ਪੰਜਾਬ ਮੌਜੂਦਾ ਪੰਜਾਬ ਦਾ ਸਭ ਤੋਂ ਵੱਡਾ ਜਾਗੀਰਦਾਰ ਸੀ, ਸਰਗੋਧੇ ਵਾਲਾ। ਉਹ ਉਦੋਂ ਉਹਨੂੰ ਪੰਜਾਬ ਦੇ ਨੂੰ ਵਜ਼ੀਰ ਆਲਾ ਨਹੀਂ ਆਖਿਆ ਜਾਂਦਾ ਸੀ, ਉਹਨੂੰ ਵਜ਼ੀਰ ਆਜ਼ਮ ਕਿਹਾ ਜਾਂਦਾ ਸੀ। ਉਹ ਵਜ਼ੀਰ ਆਜ਼ਮ ਸੀ ਇੱਥੇ। ਉਹਨੇ ਦੌਰੇ ਸ਼ੁਰੂ ਕੀਤੇ ਜੀ ਹਰ ਜ਼ਿਲ੍ਹੇ ਦੇ ਵਿੱਚ, ਤੇ ਡੀਸੀਆਂ ਨੂੰ ਆਖਿਆ ਵੀ ਜਿਹਨੇ ਮੌਜੂਦ ਬੰਦੇ ਨੇ ਉਹਨਾਂ ਨੂੰ ਇਤਲਾਹ ਦਿੱਤੀ ਜਾਏ ਉਹ ਇੱਥੇ ਆਉਣ ਤੇ ਉਹਨਾਂ ਦੇ ਕੁਵੈਸ ਵੀ ਨਾਲ ਆਉਣ। ਜ਼ਿਲ੍ਹਾ ਉਕਾੜੇ ਜ਼ਿਲ੍ਹਾ ਸਾਹੀਵਾਲ ਦੇ ਵਿੱਚ ਵੀ ਜਨਾਬ ਇਤਲਾਹ ਹੋਈ, ਮੇਰੇ ਵਾਲੇ ਸਾਹਿਬ ਵੀ ਉੱਥੇ ਗਏ ਜੀ। ਉੱਥੇ ਜਦੋਂ ਤਕਰੀਰ ਹੋਈ ਨਾ ਸਾਰੀ, ਸਰਦਾਰ ਫਤਿਹ ਖਾਨ ਜਿਹੜਾ ਜਨਰਲ ਸੈਕਟਰੀ ਸੀ WTL ਵਾਲਾ, ਰਾਜੇ ਮੁਬਾਰਕ ਦਾ ਵਾਲਦ ਜਿਹੜਾ ਸੀ, ਤੇ ਬਾਬਾ ਰੋਸ਼ਨ ਸ਼ਾਹ ਜਿਹੜਾ ਮੁਸਤਾਬਾਦੀ ਆ, ਇਹ ਵੀ ਨਾਲ ਸੀ ਉਹਨਾਂ ਨੇ। ਤੇ ਇਹਨਾਂ ਨੇ ਬਲਕਿ ਬਾਬੇ ਰੋਸ਼ਨ ਸ਼ਾਹ ਦਾ ਮੁੰਡਾ ਦਾ ਜਿਹੜਾ ਗੁਰਦਾਸ ਸਿੰਘ ਦਾ ਵਾਲਦ ਹੈ, ਇਹਨੇ ਯੂਨਾਸ ਪਾਰਟੀ ਤੋਂ ਇਲੈਕਸ਼ਨ ਵੀ ਲੜਿਆ ਸੀ, ਹਾਰ ਗਿਆ ਸੀ। ਇਹ ਉੱਥੇ ਨਾਲ ਤਕਰੀਰਾਂ ਹੋਈਆਂ ਬੜੀਆਂ, ਸਾਰਿਆਂ ਨੇ ਸੁਣੀਆਂ। ਉਹ ਫਿਰ ਜੱਟਵਾਣੇ ਨੇ ਫਿਰ ਬਾਅਦ ਵਿੱਚ ਤਕਰੀਰ ਕੀਤੀ। ਫਿਰ ਉਹਨੇ ਆਖਿਆ ਕਿਸੇ ਬੰਦੇ ਨੇ ਕੋਈ ਸਵਾਲ ਕਰਨਾ ਹੋਵੇ ਜਾਂ ਕੋਈ ਗੱਲ ਪੁੱਛਣੀ ਹੋਵੇ ਜਾਂ ਕੋਈ ਗੱਲ ਕਰਨੀ ਹੋਵੇ ਕਰ ਸਕਦਾ। ਤਾਂ ਮੇਰੇ ਵਾਲਦ ਸਾਹਿਬ ਖੜੇ ਹੋਏ, ਉਹਨਾਂ ਕਿਹਾ ਜੀ ਗੱਲ ਇਹ ਸਾਰੇ ਜਿੰਨੇ ਹੈ ਨਾ, ਇਹ ਸਾਰੇ ਤੁਹਾਡੇ ਨਾਲ ਨੂੰ ਬਲਫ ਕਰ ਰਹੇ ਨੇ, ਝੂਠ ਬੋਲ ਰਹੇ ਨੇ ਸਾਰੇ। ਇਹਨਾਂ ਸਾਰਿਆਂ ਨੇ ਮੁਸਲਿਮ ਲੀਗ ਨਾਲ ਜਾਣਾ ਤੇ ਮੈਂ ਤੁਹਾਨੂੰ ਕਹਿੰਦਾ ਵੀ ਅਸੀਂ ਮੁਸਲਿਮ ਲੀਗ ਦੇ ਨਾਲ ਜਾਣਾ, ਅਸੀਂ ਤੁਹਾਡੇ ਨਾਲ ਨਹੀਂ ਜਾਣਾ। ਉਹ ਜਾਗੀਰਦਾਰ ਸੀ, ਉਹਨੇ ਆਖਿਆ ਇਹ ਆਮ ਆਦਮੀ ਹੈਗਾ, ਇਹਨੇ ਬੜੀ ਬੇਇੱਜ਼ਤੀ ਕੀਤੀ ਮੇਰੇ ਭਲੇ ਜਲਸੇ ਦੇ ਵਿੱਚ। ਇਹਨੂੰ ਜਵਾਬ ਦੇ ਦਿੱਤਾ। ਉਹਨਾਂ ਕੋਈ ਹੋਰ ਆਦਮੀ ਵੀ ਆਇਆ, ਉਹਨਾਂ ਇੱਕ ਬਾਬਾ ਮਮਰੇਜ਼ ਖਲੋਤਾ ਸੰਗੋਕਾ, 18 ਤੋਂ। ਉਹ ਗਰੀਬ ਆਦਮੀ ਸਨ, ਥੋੜ੍ਹੀ ਜ਼ਮੀਨ ਸੀ ਉਹਨਾਂ ਦੀ। ਉਹ ਖੜੋਤਾ, ਉਹਨਾਂ ਕਿਹਾ ਵੀ ਜਿਹੜੀ ਕਫੈਤੁੱਲਾ ਨੇ ਗੱਲ ਕੀਤੀ ਜੀ, ਮੈਂ ਵੀ ਇਹ ਗੱਲ ਕਰਦਾ। ਉਹਨਾਂ DC ਨੂੰ ਆਖਿਆ ਵੀ ਇਹਨਾਂ ਦੇ ਜਿਹੜੇ ਨਾ ਸਾਹਮਣਾ ਦੇ ਤੇ ਦਸਤਖਤ ਕਰਾਓ, ਮੈਂ ਅੱਗੋਂ ਮੁਲਤਾਨ ਤੋਂ ਵਾਪਸ ਪੁਰਾਣੀ ਤਾਰੀਖ ਨੂੰ ਵਾਪਸ ਆ ਰਿਹਾ ਤੇ ਇਹਨਾਂ ਨੂੰ ਮੇਰੇ ਪੇਸ਼ ਕਰੋ। ਔਰ ਇਹਨਾਂ ਨੂੰ, ਮੇਰੇ ਵਾਲਦ ਸਾਹਿਬ ਨੂੰ ਤੇ ਬਾਬੇ ਮਮਰੇਜ਼ ਨੂੰ, ਉਹਨੇ ਆਖਿਆ ਵੀ ਤੁਸੀਂ ਸੋਚ ਸਮਝ ਲਿਆ ਜੇ, ਤੁਹਾਡੀ ਜ਼ਮੀਨ ਮੇਰੇ ਮੇਜ਼ 'ਤੇ ਪਈ ਹੈ ਸਾਰੀ। ਉਹ ਨਾਵੋ ਤਾਰੀਖ ਤੇ ਵਾਲਦ ਸਾਹਿਬ ਨੂੰ ਪੇਸ਼ ਕੀਤਾ। ਵਾਲਦ ਸਾਹਿਬ ਨੂੰ ਉਹਨਾਂ ਕਿਹਾ ਹਾਂ ਵੀ, ਉਹਨਾਂ ਕਿਹਾ ਜੀ ਅਸੀਂ ਜਾ ਕੇ ਮਸ਼ਵਰਾ ਕੀਤਾ ਦੋਸਤਾਂ ਨਾਲ ਤੇ ਸਾਰੇ ਮੁਸਲਿਮ ਲੀਗ ਦੇ ਨਾਲ ਨੇ, ਤੁਹਾਡੇ ਨਾਲ ਬੰਦਾ ਕੋਈ ਨਹੀਂ ਗਾ ਲਿਆ, ਅਸੀਂ ਤਾਂ ਮੁਸਲਿਮ ਲੀਗ ਦੇ ਨਾਲ ਜਾਵਾਂਗੇ। ਕਿਆ ਬਾਤ। ਉਹਨਾਂ ਆਖਿਆ ਵੀ ਤੁਸੀਂ 5 ਮਿੰਟ ਤੁਹਾਨੂੰ ਦਿੱਤੇ ਜਾਂਦੇ ਨੇ, ਬਾਹਰ ਜਾ ਕੇ ਸੋਚ ਲਓ, ਤੁਹਾਡੀ ਜ਼ਮੀਨ ਜ਼ਬਤ ਹੋ ਜਾਏਗੀ। ਸਾਨੂੰ 7 ਮਰਬੇ ਦੀ ਗ੍ਰਾਂਟ ਮਿਲੀ ਸੀ ਜੀ ਖਾਨੇਵਾਲ ਦੇ ਵਿੱਚ। ਉਹ ਗ੍ਰਾਂਟ ਸਾਡੀ ਫਿਰ 7 ਮਰਬੇ ਜਿਹੜੀ ਹੈ ਨਾ, ਮੇਰੇ ਵਾਲਦ ਸਾਹਿਬ ਨੇ ਆਖਿਆ ਵੀ ਮੈਂ ਇੰਨੇ ਦਿਨ ਸੋਚ ਕੇ ਆਇਆ, ਹੁਣ 5 ਮਿੰਟਾਂ 'ਚ ਜਿਹੜਾ ਨਾ ਨਹੀਂ
ਅਸੀਂ ਸੋਚ ਕੇ ਆਏ ਹਾਂ ਅਸੀਂ ਮੁਸਲਿਮ ਲੀਗ ਦੇ ਨਾਲ। ਉਹਨਾਂ ਫਿਰ 3-7 ਮਰਬੇ ਜ਼ਮੀਨ ਜ਼ਬਤ ਕਰ ਲਾ, ਉਹਨਾਂ ਦਾ ਕਰ ਲਓ ਮੈਂ ਲੇਕਿਨ ਮੁਸਲਿਮ ਲੀਗ ਨੂੰ ਨਹੀਂ ਕਰਨਾ, ਸਾਡੀ 7 ਮਰਬੇ ਜ਼ਮੀਨ ਉੱਥੇ ਜ਼ਬਤ ਹੋਈ। ਉਹਨਾਂ ਕਿਹਾ ਵੀ ਹਾਂ ਜੀ ਦੂਸਰੇ ਬੰਦੇ ਨੂੰ ਬੁਲਾਓ ਜੀ ਮਮਰੇਜ਼ ਖਾਨ ਨੂੰ। ਬਾਬੇ ਮਮਰੇਜ਼ ਨੂੰ ਬੁਲਾਇਆ ਜੀ, ਉਹਨੂੰ ਬਾਬੇ ਮਮਰੇਜ਼ ਨੂੰ ਮੈਂ ਵੇਖਿਆ ਆਪ ਤੇ ਉਹਨਾਂ ਕਿਹਾ ਹਾਂ ਵੀ ਉਹ ਵੀ ਜੰਗਲੀ ਸੀ ਕਿਉਂਕਿ ਤੇ ਖਿਦਰੀ ਯਾਰ ਵੀ ਜੰਗਲੀ ਸੀ। ਉਹਨੇ ਕਿਹਾ ਹਾਂ ਬਈ ਮਮਰੇਜ਼ ਖਾਨ। ਉਹਨੇ ਆਖਿਆ ਵੀ ਗੱਲ ਹੈ ਬਈ ਅਸੀਂ ਤਾਂ ਮੁਸਲਿਮ ਲੀਗ ਦੇ ਨਾਲ ਹਾਂ, ਜਿਹੜੀ ਕੋਈ ਫੈਸਲਾ ਨੇ ਗੱਲ ਕੀਤੀ ਅਸੀਂ ਤਾਂ ਉਹਦੇ ਨਾਲ ਹੀ। ਉਹਨੇ ਆਖਿਆ ਤੂੰ ਵੇਖ ਲੈ ਮੈਂ ਤੁਹਾਨੂੰ ਜੇ ਕਰ ਸਕਦਾ। ਉਹਨੇ ਕਿਹਾ ਸਾਡੇ ਇਲਾਕੇ 'ਚ ਆ ਗਈ ਹੈ ਸੇਮ ਤੇ ਅਸੀਂ ਡਰਦੇ ਕੋਠਿਆਂ ਦੇ ਅੰਦਰ ਸੌਂਦੇ ਨਹੀਂ ਵੀ ਰਾਤ ਨੂੰ ਉੱਤੇ ਨਾ ਡਿੱਗ ਪਵੇ ਤੇ ਜੇਲ੍ਹ ਭੇਜ ਦਿਆਂਗਾ ਥੋੜ੍ਹਾ 4 ਦਿਨ ਜਿਹੜੇ ਜੇਲ੍ਹ 'ਚ ਰਹਾਂਗੇ ਸੁੱਖ ਨਾਲ ਸੌਵਾਂਗੇ ਤਾਂ ਸਹੀ ਨਾਲ। ਇਹ ਵਜ਼ੀਰ ਆਜ਼ਮ ਨੇ ਜਵਾਬ ਦਿੱਤਾ ਬਾਬੇ ਮਮਰੇਜ਼ ਨੇ। ਉਹਨੇ ਅੱਧਾ ਮਰਬਾ ਜ਼ਮੀਨ ਇਹਨਾਂ ਦੀ ਜ਼ਬਤ ਕਰ ਲਈ ਲੇਕਿਨ ਸਾਨੂੰ ਉਸਦਾ ਅਫਸੋਸ ਨਹੀਂ ਹੋਇਆ। ਇਹ ਯਾਨੀ ਪਾਕਿਸਤਾਨ ਦੇ ਬਣਨ ਤੋਂ ਪਹਿਲਾਂ ਦੇ ਹਾਲਾਤ ਸਨ। ਇੱਥੇ ਫਿਰ ਮੁਸਲਿਮ ਲੀਗ ਹੀ ਸਾਰੀ ਮੁਸਲਿਮ ਲੀਗ ਹੀ ਕਾਮਯਾਬ ਹੋਈ ਸਾਰੀ ਇੱਥੇ। ਇਹ ਜਿਹੜੇ ਨਾ ਆਸ਼ਿਕ ਸ਼ਾਹ ਦੇ ਜਿਹੜੇ ਪੀਰ ਜਿਹੜਾ MNA ਸੀ ਆਪਣਾ, ਹਾਂਜੀ ਹਾਂਜੀ ਆਸ਼ਿਕ ਸ਼ਾਹ, ਇਹ ਮੁਸਲਿਮ ਲੀਗ ਦੇ ਸਨ ਪਹਿਲੇ ਦਿਨ ਤੋਂ। ਇਹਨਾਂ ਦਾ ਦਾਦੇ ਦਾ ਨਾਮ ਹੀ ਆਸ਼ਿਕ ਸ਼ਾਹ ਸੀ। ਉਹ ਇਹਦੇ ਵਿੱਚ ਮੁਸਲਿਮ ਲੀਗ ਦਾ ਸਦਰ ਸੀ ਇੱਥੋਂ ਦਾ, ਤਹਿਸੀਲ ਖਾੜੇ ਦਾ ਆਪਣਾ ਕਾੜੇ ਦਾ। ਸਹੀ। ਬਾਕੀ ਇੱਕ ਮੀਆਂ ਜ਼ਮਾਨ ਕੇ ਸਾਨੂੰ ਮੁਸਲਿਮ ਲੀਗ ਦੇ ਬਾਕੀ ਤਾਂ ਸਾਰੇ ਕੁੱਲੋਂ ਜਿਹੜਾ ਦੋ ਜਾਗੀਰਦਾਰ ਇਹਨਾਂ ਕੁੱਲੋਂ ਜਿਹੜੇ ਨੇ ਉਹਨਾਂ ਨੇ ਪਾਰਟੀ ਦੇ ਨਾਲ। ਤੁਸੀਂ ਮਾਸ਼ਾਅੱਲਾ ਬਾਬਾ ਜੀ ਪਾਕਿਸਤਾਨ ਦੀ ਸਿਆਸਤ ਨੂੰ ਵੀ ਵੇਖਿਆ, ਤੁਸੀਂ ਮਾਸ਼ਾਅੱਲਾ MPA ਵੀ ਰਹੇ, ਹਾਜ਼ਰ ਮੌਕੇ ਤੇ ਵੀ ਮਾਸ਼ਾਅੱਲਾ ਤੁਸੀਂ MPA ਜੇ। ਤੇ ਤੁਸੀਂ ਕੀ ਨਿਚੋੜ ਕੱਢਦੇ ਜੇ ਕਿ ਪਾਕਿਸਤਾਨ ਕਿੱਧਰ ਜਾ ਰਿਹਾ? ਜਦੋਂ ਪਾਕਿਸਤਾਨ ਅਯੂਬ ਖਾਨ, ਅੱਛਾ ਇੱਥੇ ਇੱਕ ਹੋਰ ਮੈਂ ਤੁਹਾਨੂੰ ਗੱਲ ਦੱਸਾਂ, ਨਵਾਬ ਲਿਆਕਤ ਅਲੀ ਖਾਨ 74 ਪਿੰਡਾਂ ਦਾ ਮਾਲਕ ਸੀ ਜੀ, ਜ਼ਿਲ੍ਹਾ ਕਰਨਾਲ ਦੇ ਵਿੱਚ ਸਾਡੇ ਜ਼ਿਲ੍ਹੇ ਦੇ। ਬਿਲਕੁਲ 74 ਪਿੰਡਾਂ ਦਾ ਮਾਲਕ ਸੀ। ਉਹਨੇ ਪਾਕਿਸਤਾਨ ਦੇ ਵਿੱਚ ਆਉਣ ਦੇ ਕਲੇਮ ਨਹੀਂ ਲਿਆ। ਬਿਲਕੁਲ ਨਹੀਂ। ਤੇ ਜਦੋਂ ਉਹ ਫੌਤ ਹੋਇਆ ਉਹਦੀ ਜੇਬ ਦੇ ਵਿੱਚੋਂ 10 ਆਨੇ ਨਿਕਲੇ, ਉਹਨੂੰ ਸ਼ਹੀਦ ਕੀਤਾ ਗਿਆ ਗੋਲੀ ਮਾਰ ਕੇ। ਤੇ ਉਹਦੀ ਬਨੀਆਨ ਫਟੀ ਸੀ, ਜਰਾਬਾਂ ਵੀ ਫਟੀਆਂ ਤੋਂ। 74 ਪਿੰਡਾਂ ਦਾ ਮਾਲਕ ਸੀ ਤੇ ਵਜ਼ੀਰ ਆਜ਼ਮ ਸੀ ਪਾਕਿਸਤਾਨ ਦਾ। ਉਹ ਸੀ ਇਮਾਨਦਾਰ ਬੰਦੇ, ਉਹਨਾਂ ਬਣਾਇਆ ਸੀ ਪਾਕਿਸਤਾਨ। ਨਵਾਬ ਮਮਦੂਦ 84 ਪਿੰਡਾਂ ਦਾ ਮਾਲਕ ਸੀ ਫਿਰੋਜ਼ਪੁਰ ਜ਼ਿਲ੍ਹੇ 'ਚ। ਉਹਨਾਂ ਦੀ ਪਹਿਲੀਆਂ ਜ਼ਮੀਨਾਂ ਇੱਥੇ ਹੈਗੀਆਂ ਸਨ ਤੇ ਉਹਨਾਂ ਨੇ ਕਲੇਮ ਉਹਨਾਂ ਨੇ ਵੀ ਲਿਆ। ਅੱਜ ਕੱਲ੍ਹ ਮਮਦੋਟਾਂ ਦਾ ਨਾਂ ਹੀ ਮੁੱਕ ਗਿਆ। ਇੱਥੇ ਬੜੇ ਬੜੇ ਨਾਮੀ ਗ੍ਰਾਮੀ ਬੰਦੇ ਸਨ ਜਿਹੜੇ ਉਹਨਾਂ ਦੇ ਨਾਂ ਹੀ ਮੁੱਕ ਗਏ ਵਿਚਾਰਿਆਂ ਦੇ। ਆਪਣਾ ਹੈ ਸੀ ਆਪਣਾ ਜ਼ਹਿਨ ਦੇ ਨਾਲ ਨਿਕਲ ਗਿਆ, ਬੜਾ ਮਸ਼ਹੂਰ ਆਦਮੀ ਸੀ ਉੱਥੋਂ ਦਾ ਸੂਬਾ ਸਰਹੱਦ ਦਾ। ਸਰਦਾਰ ਅਬਦੁਲ ਰਬ ਨਾਸਰ। ਉਹਨਾਂ ਨੇ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਨਾ ਜੀ, ਬੜੀਆਂ ਬੜੀਆਂ। ਤੇ ਹੁਣ ਕੀ ਸੂਰਤ ਹਾਲ ਹੈ ਜੀ? ਹੁਣ ਮਾਮਲਾ ਇਹ ਹੈ ਜੀ, ਜਦੋਂ ਅੱਛਾ ਫਿਰ ਹਕੂਮਤਾਂ ਜਿਹੜੀਆਂ ਨੂੰ ਇਹ ਮੇਰੇ ਜਾਣ ਦੇ ਮੁਤਾਬਕ ਤਾਂ ਜ਼ਹਿਰ ਦਿੱਤਾ ਗਿਆ, ਫੌਜ ਨੇ ਦਵਾਇਆ ਜ਼ਹਿਰ ਇਹਨੂੰ। ਅਯੂਬ ਖਾਨ ਨੇ ਇਹਨੂੰ ਜਿਹੜਾ ਨਾ ਕੈਦ ਆਜ਼ਮ ਸਾਹਿਬ। ਫਿਰ ਉਸ ਤੋਂ ਬਾਅਦ ਮੇਜਰ ਜਨਰਲ ਆ ਗਿਆ ਸਿਕੰਦਰ ਮਿਰਜ਼ਾ। ਉਸ ਤੋਂ ਪਹਿਲਾਂ ਆਇਆ ਸੀ ਗੁਲਾਮ ਮੁਹੰਮਦ, ਉਹ ਵਜ਼ਾਰਤ ਦਫਾ ਦਾ ਸੈਕਟਰੀ ਸੀ, ਉਹ ਮਕਬੂਲ ਲਵਾਸ ਆਦਮੀ ਸੀ। ਉਹ ਉਸ ਤੋਂ ਬਾਅਦ ਮੇਜਰ ਜਨਰਲ ਸਿਕੰਦਰ ਮਿਰਜ਼ਾ ਆ ਗਿਆ। ਤੇ ਸੰਨ 56 ਦਾ ਆਇਨ ਜੇ ਸਬੂਤ ਬਣਿਆ ਨਾ, ਉਹ ਮੁਤਫਿਕਾ ਆਇਨ ਸੀ। ਅਗਰ ਉਹ ਆਇਨ ਨਾਫਜ਼ ਹੋ ਜਾਂਦਾ ਪਾਕਿਸਤਾਨ ਦੇ ਵਿੱਚ ਤਾਂ ਮਸ਼ਰਕੀ ਪਾਕਿਸਤਾਨ ਨੇ ਅਲੱਗਾ ਨਹੀਂ ਹੋਣਾ। ਉਹ ਮਸ਼ਰਕੀ ਪਾਕਿਸਤਾਨ ਦੇ ਲੋਕਾਂ ਨੇ ਹੀ ਨਾਲ ਲੱਗ ਕੇ ਮਨਜ਼ੂਰ ਕਰਾਇਆ। ਉਸ ਦੇ ਤਹਿਤ ਇਲੈਕਸ਼ਨ ਹੋਣੇ ਸੀ। ਜਦੋਂ ਇਲੈਕਸ਼ਨ ਹੋਣੇ ਸੀ ਉਸ ਦੇ ਤਹਿਤ ਉਹ ਮੀਆਂ ਸਾਹਿਬ ਜਦੋਂ ਇਲੈਕਸ਼ਨ ਦਾ ਐਲਾਨ ਹੋਇਆ ਨਾ, ਉਦੋਂ ਜਲੂਸ ਅਬਦੁਲ ਕਯੂਮ ਖਾਨ ਜਿਹੜੇ ਸਨ ਨਾ ਉੱਥੋਂ ਸੂਬਾ ਸਰਹੱਦ ਵਾਲੇ, ਪਹਿਲਾ ਜਲੂਸ ਉਹਨਾਂ ਕੱਢਿਆ। ਪਹਿਲਾ ਬੰਦਾ ਲਾਹੌਰ ਪਹੁੰਚ ਗਿਆ ਤੇ ਆਖਰੀ ਬੰਦਾ ਗੁਜਰਾਂਵਾਲੇ ਦੇ ਵਿੱਚ ਸੀ। ਏਡਾ ਵੱਡਾ ਜਲੂਸ ਸੀ। ਉਦੋਂ ਕਾਰਾਂ ਵੀ ਕੋਈ ਨਹੀਂ ਸਨ, ਮੋਟਰਸਾਈਕਲ ਵੀ ਕੋਈ ਨਹੀਂ ਸਨ, ਪੈਦਲ ਸਨ ਬੰਦੇ ਸਾਰੇ।
ਇਹ ਤੁਸੀਂ ਵੇਖ ਲਓ ਵੀ 35-40 ਮੀਲ ਦਾ ਜਿਹੜਾ ਇਲਾਕਾ ਹੈ ਨਾ ਉਹ ਤਮਾਮ ਬੰਦਿਆਂ ਨਾਲ ਭਰਿਆ ਸੀ। ਤੇ ਜਿਹੜਾ ਗੱਲ ਹੈ ਵੀ ਵੇਖੀ ਇਹਨਾਂ ਦੇ ਅਖਬਾਰ ਰੱਖਦੇ ਜ਼ਰਾ ਇਹਦੇ 'ਚ ਮੱਖੀਆਂ ਨਾ ਡੇ ਪੈਣ ਚਾਹ ਦਿੱਤੇ ਵੀ ਉਹ ਜਨਾਬ ਉਹ ਅਯੂਬ ਖਾਨ ਨੇ ਔਰ ਸਿਕੰਦਰ ਮਿਰਜ਼ਾ ਨੇ ਫਟਾਫਟ ਹੀ ਮਾਰਸ਼ਲ ਲਾ ਲਾਤਾ। ਜਿਹੜੇ ਮਿਆਨ ਦੇ ਵਿੱਚ 2 ਵਾਰਾਂ ਨਹੀਂ ਸੀ ਖਪ ਸਕਦੀਆਂ ਚੀਫ ਆਫ ਆਰਮੀ ਸਟਾਫ ਹੈਗਾ ਸੀ ਅਯੂਬ ਖਾਨ, ਉਹਨੇ ਸਿਕੰਦਰ ਮਿਰਜ਼ਾ ਨੂੰ ਪਾਸੇ ਕੀਤਾ ਤੇ ਆਪ ਕਬਜ਼ਾ ਕਰ ਲਿਆ। ਲੇਕਿਨ ਅਯੂਬ ਖਾਨ ਦੇ ਜ਼ਮਾਨੇ ਵਿੱਚ ਤਰੱਕੀ ਬੜੀ ਹੋਈ, ਬਹੁਤ ਅੱਛੀ ਤਰੱਕੀ ਹੋਈ ਜੀ। ਪਾਕਿਸਤਾਨ ਜ਼ਿਮੀਂਦਾਰ ਵਾਸਤੇ ਵੀ ਕਣਕਾਂ ਦੇ ਬੀਜ ਉਹ ਨਵੇਂ ਲੈ ਕੇ ਆਇਆ। ਪੂਰੇ ਪਾਕਿਸਤਾਨ ਦੇ ਵਿੱਚ ਸੇਮ ਨਾਲੇ ਉਹਨਾਂ ਨੇ ਕਢਵਾ ਦਿੱਤੇ। ਜ਼ਿਲ੍ਹਾ ਸ਼ੇਖੂਪੁਰਾ ਤੇ ਗੁਜਰਾਂਵਾਲਾ ਤਾਂ ਬਿਲਕੁਲ ਖਤਮ ਹੋ ਗਿਆ ਸੀ। ਉੱਥੇ ਬਕਾਇਦਾ ਟਿਊਬਵੈੱਲ ਲਾ ਕੇ ਟਰਬੈਨਾ ਲਾ ਕੇ ਤੇ ਪਾਣੀ ਜਿਹੜਾ ਨਾ ਸੇਮ ਦਾ ਚੁੱਕ ਕੇ ਨਹਿਰ ਛੱਡਦੇ ਗਏ ਤੇ ਇੱਥੋਂ ਸੇਮ ਕਿਸੇ ਹੱਦ ਤੱਕ ਖਤਮ ਕਰ ਦਿੱਤੀ। ਉਹ ਆਬਾਦ ਹੋ ਗਿਆ ਜ਼ਿਲ੍ਹੇ ਤੇ ਉਹਨੇ ਕੰਮ ਬੜਾ ਕਰਵਾਇਆ ਜੀ। ਜਿੱਥੋਂ ਬਲਕਿ ਸਾਡਾ ਇੱਥੋਂ ਦਾ ਜਿਹੜਾ ਨਾ ਗੁਜਰਾਤ ਦੇ ਖਜ਼ਾਨਾ ਦੇ ਕੋਲੋਂ ਮਨਸੂਬੇ ਲੈ ਕੇ ਦੂਸਰੇ ਮੁਲਕ ਵਿੱਚ ਜਾਂਦੇ ਰਹੇ ਵੀ ਇਹਨਾਂ ਨੇ ਤਰੱਕੀ ਬੜੀ ਕੀਤੀ ਹੈ। ਲੇਕਿਨ ਜਦੋਂ ਸਾਡਾ ਮੁਲਕ ਟੈਗ 'ਤੇ ਚੜ੍ਹ ਗਿਆ ਉਹ ਫਿਰ ਸਾਜ਼ਿਸ਼ ਕਰਕੇ ਉਹ ਵੀ ਇੰਨੀ ਖਤਮ ਕਰਾ ਸੀ ਲੋਕਾਂ ਦੀ ਬੁਖਾਰਾ ਆ ਕੇ ਉੱਥੇ ਹੀ ਫੌਜ ਨੇ ਵੀ ਯਾਹਿਆ ਖਾਨ ਆ ਗਿਆ। ਯਾਹਿਆ ਖਾਨ ਜਿਹੜਾ ਨਾ ਉਹਨੇ ਸਾਹਿਬ ਨਾਲ ਰਲ ਕੇ ਆਪਣਾ ਮਸ਼ਰਕੀ ਪਾਕਿਸਤਾਨ ਨੂੰ ਜਿਗਰਾ ਮਾਨੋ ਨਹੀਂ ਪਾਕਿਸਤਾਨ ਤੋਂ ਜੁੜੇ ਹੋ ਗਏ ਤੇ ਜਦ ਵੀ ਅਦਾਰੇ ਜਿਹੜੇ ਨਾ ਆਪਣੇ ਆਪਣੇ ਅਦਾਰਿਆਂ ਦੇ ਵਿੱਚ ਰਹਿ ਕੇ ਨਾ ਰਹਿਣ ਜੋ ਕਰੇ ਤੇ ਦੰਗਾ ਫਸਾਦ ਲਾਜ਼ਮੀ ਹੈ। ਫੌਜ ਦਾ ਕੰਮ ਜਿਹੜਾ ਹੈ ਉਹ ਉਹਨੂੰ ਆਪਣਾ ਫੌਜੀ ਕੰਮ ਕਰਨਾ ਚਾਹੀਦਾ ਹੈ। ਉਹਨੂੰ ਅਸਲਾ ਲੈਣਾ ਚਾਹੀਦਾ ਹੈ। ਉਹਨਾਂ ਨੂੰ ਹਰ ਕਿਸਮ ਦੀ ਤਰਬੀਅਤ ਦੇਣੀ ਚਾਹੀਦੀ ਹੈ। ਉਹਨਾਂ ਨੂੰ ਪੈਸੇ ਚਾਹੀਦੇ ਨੇ, ਪੈਸੇ ਲੈਣੇ ਚਾਹੀਦੇ ਨੇ। ਲੇਕਿਨ ਤੁਸੀਂ ਇੱਥੇ ਯੂਨ ਕੌਂਸਲ ਚੇਅਰਮੈਨ ਬਣ ਜਾਂਦੇ ਹੋ ਤੇ ਮੈਂ ਫਰਜ਼ ਕਰੋ ਤੁਹਾਨੂੰ ਸਪੋਰਟ ਕਰਦਾ। ਤੁਸੀਂ ਚੇਅਰਮੈਨ ਬਣ ਗਏ ਤੇ ਫਿਰ ਚੇਅਰਮੈਨ ਬਣਨ ਤੋਂ ਬਾਅਦ ਮੈਂ ਹਰ ਕੰਮ ਦੇ ਵਿੱਚ ਤੁਹਾਡੇ ਮੈਂ ਮੁਦਾਖਲਤ ਕਰਾਂਗਾ ਤਾਂ ਤੁਸੀਂ ਨਹੀਂ ਚੱਲ ਸਕੋਗੇ। ਤੁਸੀਂ ਫਿਰ ਇੱਕ ਦਿਨ ਆਖੋਗੇ ਯਾਰ ਮੈਂ ਚੇਅਰਮੈਨ ਕਾਹਦਾ ਬਣਿਆ ਇੱਥੇ, ਮੁਦਾਖਲਤ ਤਾਂ ਸਾਰੀ ਚੌਧਰੀ ਜਲਾਲਉੱਦੀਨ ਕਰ ਰਿਹਾ ਇੱਥੇ। ਇਸ ਵਾਸਤੇ ਫੌਜ ਨੂੰ ਮੁਦਾਖਲਤ ਨਹੀਂ ਕਰਨੀ ਚਾਹੀਦੀ, ਕਿਸੇ ਅਦਾਰੇ ਨੂੰ ਵੀ ਨਹੀਂ ਕਰਨੀ ਚਾਹੀਦੀ। ਅਤੇ ਸ਼ਹਾਦਾਨ ਵੀ ਜਿਹੜੇ ਨਾ ਸ਼ਹਾਦਾਨ ਪਹਿਲਾਂ ਜ਼ਮੀਨਾਂ ਵੇਚ ਕੇ ਅਤੇ ਇਲੈਕਸ਼ਨ ਲੜਦੇ ਸਨ। ਹੁਣ ਇਲੈਕਸ਼ਨ ਲੜ ਕੇ ਜ਼ਮੀਨਾਂ ਬਣਾਉਂਦੇ ਨੇ, ਜਾਇਦਾਦ ਬਣਾਉਂਦੇ ਨੇ। ਸ਼ਹਾਦਾਨਾਂ ਨੂੰ ਬੇਈਮਾਨ ਬਿਊਰੋਕਰੇਸੀ ਨੇ ਕੀਤਾ। ਬਿਊਰੋਕਰੇਸੀ ਸ਼ਹਾਦਾਨ ਰਲ ਕੇ ਬੇਈਮਾਨੀ ਕਰਦੇ ਰਹੇ, ਹੁਣ ਵੀ ਕਰ ਰਹੇ ਨੇ, ਅੱਜ ਵੀ ਕਰ ਰਹੇ ਨੇ, ਇਸ ਹਕੂਮਤ ਵਿੱਚ ਵੀ ਕਰ ਰਹੇ ਨੇ, ਪਿਛਲੇ 'ਚ ਵੀ ਕੀਤੀ ਉਹਨਾਂ ਨੇ। ਅਤੇ ਗੱਲ ਇਹ ਵੀ ਜਦ ਤਾਈਂ ਇਮਾਨਦਾਰ ਬੰਦੇ ਨੂੰ ਵੋਟ ਨਹੀਂ ਦੇਣਗੇ ਪਬਲਿਕਲੀ ਉੱਥੇ ਤੱਕ ਮਾਮਲਾ ਨਹੀਂ ਠੀਕ ਹੋਣ ਲੱਗਾ। ਪਾਰਟੀਆਂ ਨੇ ਵੀ ਆਪਣੇ ਆਪ ਦੀ ਨਜ਼ਰਸਾਨੀ ਕਰਨੀ ਚਾਹੀਦੀ। ਕੋਈ ਟਿਕਟ ਦੇਣ ਲੱਗਿਆ ਉਹ ਉਸ ਬੰਦੇ ਨੂੰ ਟਿਕਟ ਦੇਣ ਜਿਹੜਾ ਇਮਾਨਦਾਰ ਆਦਮੀ ਹੋਵੇ। ਲੇਕਿਨ ਪਾਰਟੀਆਂ ਮਜਬੂਰ ਨੇ, ਇਮਾਨਦਾਰ ਨੂੰ ਵੋਟ ਨਹੀਂ ਲੱਭਦਾ ਕੋਈ ਵੀ। ਇਸ ਵਾਸਤੇ ਉਹ ਵੀ ਐਸੇ ਵੈਸੇ ਬੰਦਿਆਂ ਨੂੰ ਦੇ ਦਿੰਦੇ ਨੇ। ਲੇਕਿਨ ਜ਼ਿਲ੍ਹਾ ਉਕਾੜੇ ਦੇ ਵਿੱਚ ਅੱਲਾ ਦਾ ਸ਼ੁਕਰ ਹੈ ਵੀ ਇੱਥੇ ਜਿੰਨੇ MNA ਅਤੇ MP ਨਾ ਕੋਈ ਕਮਿਸ਼ਨ ਨਹੀਂ ਲੈਂਦਾ, ਕੋਈ ਬਦਜਾਂਤ ਨਹੀਂ ਲੈਂਦਾ। ਇਹ ਜ਼ਿਲ੍ਹਾ ਉਕਾੜੇ ਨੂੰ ਐਡਵਾਂਟੇਜ ਚੱਲਦਾ ਜੀ। ਇਹ ਇੱਥੇ 8 MP ਨੇ ਅਤੇ 4 MNA ਨੇ, ਸਾਰੇ ਇਮਾਨਦਾਰ ਆਦਮੀ, ਕੋਈ ਬਦਜਾਂਤ ਨਹੀਂ। ਅਤੇ ਬਾਕੀ ਇਲਜ਼ਾਮ ਕਿਸੇ 'ਤੇ ਕੋਈ ਬੰਦਾ ਲਾ ਦੇਵੇ ਤਾਂ 100 ਵਾਰੀ ਲਾ ਦੇਵੇ। ਇਲਜ਼ਾਮ ਤਾਂ ਫਿਰ ਚੰਗੇ ਨੇਕ ਬੰਦਿਆਂ 'ਤੇ ਵੀ ਲੱਗਦੇ ਰਹਿੰਦੇ ਨੇ। ਜੀ ਨਾਜ਼ਰੀਨ, ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਵੀ ਬਹੁਤ ਪਸੰਦ ਆਇਆ ਹੋਵੇਗਾ। ਆਪਣਾ ਅਤੇ ਆਪਣੇ ਚਾਹਣ ਵਾਲਿਆਂ ਦਾ ਬਹੁਤ ਜ਼ਿਆਦਾ ਖਿਆਲ ਰੱਖੋ। ਤੁਹਾਡਾ ਬਹੁਤ ਸ਼ੁਕਰੀਆ। ਅੱਲਾ ਹਾਫਿਜ਼।